ਵਿੱਚ ਲੀਨ ਹੋ ਗਿਆ ਹੈ। ਰਾਮ ਕਲੀ ਮਹਲਾ ਪਹਿਲਾ। ਜਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਾਹਾ ਸੋਧਣ ਵਾਸਤੇ ਪਿਤਾ ਬਾਬਾ ਕਲਿਆਣ ਚੰਦ ਜੀ ਨੇ ਹਰਦਿਆਲ ਪੁਰੋਹਿਤ ਨੂੰ ਬੁਲਾਇਆ ਸੀ ਅਤੇ ਹਰਦਿਆਲ ਪੁਰੋਹਿਤ ਨੂੰ ਬੁਲਾ ਕੇ ਕਲਿਆਣ ਚੰਦ ਜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਤਰੀਕ ਰੱਖੋ ਪੰਡਤ ਜੀ। ਜਦ ਹਰਦਿਆਲ ਪੁਰੋਹਿਤ ਜੋਤਿਸ਼ ਦੇ ਤਰੀਕੇ ਨਾਲ ਸਤਿਗੁਰਾਂ ਨੂੰ ਚੌਂਕੀ 'ਤੇ ਬਿਠਾ ਕੇ ਸਾਹਾ ਗਿਣ ਲੱਗਿਆ ਤਾਂ ਸਤਿਗੁਰਾਂ ਨੇ ਹਰਦਿਆਲ ਪੁਰੋਹਿਤ ਨੂੰ ਉਪਦੇਸ਼ ਦਿੰਦੇ ਆ ਰਾਮਕਲੀ ਰਾਗ ਵਿੱਚ ਇਹ ਭਾਮਣ ਸ਼ਬਦ ਉਚਾਰਨ ਕੀਤਾ। ਸਾਹਾ ਗਣ ਹੈ ਨਾ ਕਰ ਹੈ ਵਿਚਾਰ। ਹੇ ਪੰਡਤ ਜੀ, ਤੂੰ ਲੜਕੇ ਲੜਕੀ ਦੇ ਸੰਜੋਗ ਲਈ ਸ਼ੁਭ ਦਿਨ ਚੰਗਾ ਮਹੂਰਤ ਗਿਣ ਰਿਹਾ ਹੈ, ਪਰੰਤੂ ਸਤ ਦੀ ਜਾਂ ਬ੍ਰਹਮ ਦੀ ਵਿਚਾਰ ਹੀ ਨਹੀਂ ਕਰਦਾ ਹੈ। ਸੋ ਇਹ ਤੇਰਾ ਜਿਹੜਾ ਸਾਹਾ ਹੈ ਇਹ ਗਿਣਨਾ ਦੱਸ ਕਿਸ ਕੰਮ ਹੈ। ਅਤੇ ਸਤ ਵਾਹਿਗੁਰੂ ਅਕਾਲ ਪੁਰਖ ਦੀ ਵਿਚਾਰ ਨਹੀਂ ਕਰਦਾ, ਜਾਂ ਹੇ ਜੋਗੀ ਜਨ ਤੂੰ ਸਵਾਸਾਂ ਦੀ ਗਿਣਤੀ ਤਾਂ ਕਰਦਾ ਹੈ ਪਰੰਤੂ ਆਪਣੇ ਸਰੂਪ ਦੀ ਵਿਚਾਰ ਹੀ ਨਹੀਂ ਕਰਦਾ ਹੈ। ਸਾਹੇ ਉਪਰ ਏਕੰਕਾਰ। ਹੇ ਭਾਈ, ਪਰਮੇਸ਼ਰ ਨੂੰ ਮਿਲਣ ਵਾਲੇ ਸਾਹੇ ਦੀ ਬਾਬਤ ਗਿਣਤੀ ਕਰ ਜਾਂ ਵਿਚਾਰ ਕਰ, ਪਰ ਤੂੰ ਗੁਰਾਂ ਦੁਆਰਾ ਇਹ ਵਿਚਾਰ ਹੀ ਨਹੀਂ ਕਰਦਾ ਕਿ ਮੇਰਾ ਪ੍ਰਭੂ ਦੇ ਨਾਲ ਮਿਲਣ ਵਾਲਾ ਸਾਹਾ ਕਿਵੇਂ ਸੋਧਿਆ ਜਾਵੇਗਾ। ਹਾਂਜੀ। ਜਿਸ ਗੁਰ ਮਿਲੈ ਸੋਈ ਬਿਦ ਜਾਣੈ। ਸਾਹੇ ਉੱਪਰ ਏਕੰਕਾਰ। ਇਹ ਪੰਡਤ, ਜੋ ਇੱਕ ਓੰਕਾਰ ਦਾ ਉਚਾਰਨ ਕਰਕੇ ਕੋਈ ਵੀ ਕਾਰਜ ਆਰੰਭ ਕਰਨਾ, ਇਹੀ ਸਾਰੇ ਸਾਹਾਂ ਤੋਂ ਉੱਪਰ ਸ੍ਰੇਸ਼ਟ ਹੈ। ਜਾਂ ਪਰਮੇਸ਼ਰ ਸਾਰੇ ਸਾਹਿਆਂ ਦੇ ਉੱਤੇ ਹੈ, ਭਾਵ ਸਾਰੇ ਸਾਹਿਆਂ ਤੋਂ ਭਰੇ ਰਹਿਤ ਹੈ। ਜਾਂ ਹੇ ਪੰਡਤ, ਇਹਨਾਂ ਸਾਹਿਆਂ ਤੋਂ ਉੱਪਰ ਉੱਠਣਾ ਕਰ, ਫਿਰ ਏਕੰਕਾਰ ਪਰਮੇਸ਼ਰ ਦੀ ਤੈਨੂੰ ਪ੍ਰਾਪਤੀ ਹੋਵੇਗੀ। ਜਾਂ ਜੋ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਸ਼ਾਹੂਕਾਰ ਮੰਨੇ ਨੇ, ਜੋ ਇਹਨਾਂ ਸਭਨਾਂ ਤੋਂ ਉੱਪਰ ਪਰਮੇਸ਼ਰ ਹੈ, ਉਸ ਨਾਲ ਚਿੱਤ ਜੋੜਨਾ ਚਾਹੀਦਾ ਹੈ। ਸਵਾਸਾਂ ਦੀ ਗਿਣਤੀ ਤੋਂ ਉੱਪਰ ਹੋ ਕੇ ਪਰਮੇਸ਼ਰ ਦਾ ਸਿਮਰਨ ਕਰ। ਮਤਲਬ ਸਾਹਾ ਸੋਧਣ ਵਾਸਤੇ ਪੰਡਤ ਕੋਲ ਜਾਣ ਦੀ ਆਗਿਆ ਨਹੀਂ ਹੈ। ਦੋਵੇਂ ਤਰ੍ਹਾਂ ਆਪਸ ਵਿੱਚ ਮਿਲ ਕੇ ਕੋਈ ਛੁੱਟੀ ਦਾ ਦਿਨ, ਵਿਹਲਾ ਦਿਨ ਮਿਥ ਲੈਣ, ਫਿਰ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੋਵੇ, ਬਸ ਇਹੀ ਮਰਯਾਦਾ ਹੈ। ਜਿਸ ਗੁਰ ਮਿਲੇ, ਪਰ ਜਿਸ ਨੂੰ ਪੂਰਨ ਸਤਿਗੁਰੂ ਜੀ ਦਾ ਸੰਗ ਮਿਲੇ ਸੋਈ ਵਿਧ ਜਾਣਾ, ਉਹੀ ਇਹ ਵਿਧੀ ਜਾਣੇ। ਨਗੁਰੇ ਬੰਦੇ ਨੂੰ ਭਲਾ ਕੀ ਪਤਾ ਹੈ। ਗੁਰੂ ਵਾਲਾ ਹੀ ਵਾਹਿਗੁਰੂ ਦੀ ਵਿਧੀ ਨੂੰ, ਜੁਗਤੀ ਨੂੰ, ਪਰਮਾਤਮਾ ਦੀ ਪ੍ਰਾਪਤੀ ਦੀ ਜੁਗਤੀ ਨੂੰ ਜਾਣਦਾ, ਜਾਂ ਸਾਹਾ ਕੱਢਣ ਦੀ ਜੁਗਤੀ ਨੂੰ ਜਾਣਦਾ ਹੈ। ਜਿਸ ਗੁਰ ਮਿਲੈ ਸੋਈ ਬਿਦ ਜਾਣੈ। ਸੋ ਜਿਸ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਮਿਲਦੇ ਨੇ, ਉਹੀ ਸਾਹ ਕੱਢਣ ਦੀ ਵਿਧੀ ਨੂੰ ਜਾਂ ਪ੍ਰਭੂ ਦੀ ਪ੍ਰਾਪਤੀ ਦੀ ਵਿਧੀ ਨੂੰ ਜਾਣਦਾ ਹੈ। ਗੁਰਮਤਿ ਹੋਇ ਤਾ ਹੁਕਮ ਪਛਾਣੈ। ਜੇ ਗੁਰ ਸਿੱਖਿਆ ਹਿਰਦੇ ਵਿੱਚ ਵਸੀ ਹੋਵੇ, ਤਦ ਹੀ ਵਾਹਿਗੁਰੂ ਦਾ ਭਾਣਾ ਮੰਨਣਾ ਜੀ ਪਹਿਚਾਣ ਸਕਦਾ, ਜਾਂ ਨਾਮ ਜਪਣ ਵਾਲੇ ਨੂੰ ਹੁਕਮ ਦੀ ਪਹਿਚਾਣ ਹੁੰਦੀ ਹੈ। ਝੂਠ ਨਾ ਬੋਲ ਪਾਂਡੇ ਸੱਚ ਕਹੀਐ। ਲੋਕਾਂ ਨੂੰ ਖੁਸ਼ ਕਰਕੇ ਮੋਟੀਆਂ ਫੀਸਾਂ ਲੈਣ ਵਾਸਤੇ, ਹੇ ਪੰਡਤ, ਤੂੰ ਝੂਠ ਨਾ ਬੋਲ, ਸੱਚੇ ਬਚਨਾਂ ਨੂੰ ਕਹਿਣਾ ਚਾਹੀਦਾ ਹੈ। ਹਉ ਮੈਂ ਜਾਇ ਸ਼ਬਦ ਘਰ ਲਹੀਐ। ਜਦ ਗੁਰ ਉਪਦੇਸ਼ ਨੂੰ ਹਿਰਦੇ ਰੂਪੀ ਘਰ ਦੇ ਵਿੱਚ ਲੈਣਾ ਧਾਰਨ ਕਰੀਏ, ਤਦ ਅੰਦਰੋਂ ਹੰਗਤਾ ਚਲੀ ਜਾਂਦੀ ਹੈ। ਇਸੇ ਪ੍ਰਕਾਰ ਹਉ ਮੈਂ ਜਾਇ ਸ਼ਬਦ ਘਰ ਲਹੀਐ। ਜਦ ਗੁਰੂ ਉਪਦੇਸ਼ ਦੀ ਕਮਾਈ ਕਰਕੇ ਦੇਹ ਦੀ ਹੰਗਤਾ ਚਲੀ ਜਾਏ, ਤਦ ਫਿਰ ਸੱਚਾ ਸਰੂਪ ਰੂਪੀ ਘਰ, ਸੱਚਖੰਡ ਰੂਪੀ ਘਰ ਪ੍ਰਾਪਤ ਕਰ ਲਈਦਾ, ਜਾਂ ਬ੍ਰਹਮ ਨੂੰ ਜਾਣ ਲਈਦਾ ਹੈ।
ਇਸੇ ਪ੍ਰਕਾਰ ਹਉ ਮੈਂ ਜਾਏ ਸ਼ਬਦ ਘਰ ਲਹੀਐ। ਜਦ ਸਾਧ ਸੰਗਤ ਰੂਪੀ ਘਰ ਵਿੱਚੋਂ ਸ਼ਬਦ ਦੀ ਪ੍ਰਾਪਤੀ ਕਰੀਏ ਤਾਂ ਫਿਰ ਹਉਮੈ ਚਲੀ ਜਾਂਦੀ ਹੈ। ਜਦ ਦੇਹ ਦੀ ਅਹੰਤਾ ਚਲੀ ਜਾਏ ਤਾਂ ਜੋ ਹਿਰਦੇ ਦਾ ਅੰਤਰਮੁਖ ਹੋਣਾ ਇਹ ਘਰ ਪ੍ਰਾਪਤ ਕਰ ਲਈਦਾ ਹੈ। ਜਾਂ ਇਸੇ ਪ੍ਰਕਾਰ ਹਉ ਮੈਂ ਜਾਏ ਸ਼ਬਦ ਘਰ ਲਹੀਐ। ਅੰਤਰਮੁਖ ਹਿਰਦੇ ਵਿੱਚ ਤੁਰੀਆ ਪਦ ਰੂਪੀ ਘਰ ਦੀ ਪ੍ਰਾਪਤੀ ਕਰ ਲਈਦੀ ਹੈ ਜੇ ਹਉਮੈ ਚਲੀ ਜਾਏ। ਜਦ ਅੰਦਰੋਂ ਦੇਹ ਦੀ ਅਹੰਤਾ ਚਲੀ ਜਾਏ ਤਦ ਜਿਸ ਬ੍ਰਹਮ ਦਾ ਸਾਰਾ ਬ੍ਰਹਿਮੰਡ ਰੂਪੀ ਘਰ ਬਣਾਇਆ ਹੋਇਆ ਉਸ ਨੂੰ ਜਾਣ ਲਈਦਾ, ਲੱਖ ਲਈਦਾ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਗਣ ਗਣ ਜੋਤਕ ਕਾਂਡੀ ਕੀਨੀ। ਇਹ ਪੰਡਤ ਜੋ ਤੂੰ ਜੋਤਿਸ਼ ਸ਼ਾਸਤਰ ਜੋਤਿਸ਼ ਵਿਦਿਆ ਗਿਣ ਗਿਣ ਕੇ ਜਾਂ ਵਿਚਾਰ ਵਿਚਾਰ ਕੇ ਪੱਤਰੀ ਬਣਾਉਣਾ ਕੀਤੀ ਹੈ। ਪੜ੍ਹੈ ਸੁਣਾਵੈ ਤਤ ਨਾ ਚੀਨੀ। ਜਿਸ ਵਿੱਚ ਤੂੰ ਵੱਖੋ ਵੱਖਰੀ ਬਾਲਕ ਪੁਣੇ ਜਵਾਨੀ ਤੇ ਬਿਰਧ ਅਵਸਥਾ ਦੇ ਹਿਸਾਬ ਕਿਤਾਬ ਲਿਖੇ ਹੋਏ ਨੇ। ਅਰਥਾਤ 15 ਥਿੱਤਾਂ 7 ਦਿਨਾਂ ਮਹੀਨਿਆਂ ਸਾਲਾਂ ਦੀ ਗਿਣਤੀ ਗਿਣ ਗਿਣ ਕੇ ਤੂੰ ਇਹ ਪੱਤਰੀ ਬਣਾਉਣਾ ਕੀਤੀ ਹੈ। ਸਭ ਸੈ ਉਪਰ ਗੁਰ ਸ਼ਬਦ ਵਿਚਾਰ। ਪੜ੍ਹੈ ਸੁਣਾਵੈ ਤਤ ਨਾ ਚੀਨੀ। ਤੂੰ ਹੋਰਨਾਂ ਲੋਕਾਂ ਨੂੰ ਇਹ ਪੱਤਰੀ ਪੜ੍ਹ ਪੜ੍ਹ ਕੇ ਸੁਣਾਉਂਦਾ ਹੈ ਪਰ ਸਿਧਾਂਤ ਰੂਪ ਨੂੰ ਜਾਣਦਾ ਹੀ ਨਹੀਂ ਹੈ। ਇਸੇ ਪ੍ਰਕਾਰ ਗਣ ਗਣ ਜੋਤਕ ਕਾਂਡੀ ਕੀਨੀ। ਜੋਤ ਪ੍ਰਕਾਸ਼ ਵਾਲੇ ਤਾਰਿਆਂ ਦੀਆਂ ਗਿਣਤੀਆਂ ਗਿਣ ਗਿਣ ਕੇ ਕੁਕਾਂਡੀ ਖੋਟੇ ਘੰਡਾਂ ਵਾਲੀ ਸੰਸਾਰ ਵਿੱਚ ਲਿਆਉਣ ਵਾਲੀ ਪੱਤਰੀ ਬਣਾਉਣਾ ਕੀਤੀ ਹੈ। ਵੇਦਾਂ ਨੂੰ ਸ਼ਾਸਤਰਾਂ ਨੂੰ ਗਿਣ ਗਿਣ ਕੇ ਕਰਮ ਕਾਂਡਾਂ ਉਪਾਸਨਾ ਆਦਿਕਾਂ ਵਾਲੀ ਪੱਤਰੀ ਬਣਾਉਣਾ ਕੀਤੀ ਹੈ। ਸੁਣਾਵੈ ਤਤ ਨਾ ਚੀਨੀ। ਲੋਕਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਂਦਾ ਹੈ ਕਿ ਇਹ ਕਰਮ ਕਾਂਡ ਹੈ, ਇਹ ਉਪਾਸਨਾ ਹੈ, ਪਰ ਤੂੰ ਆਪਣੇ ਸਰੂਪ ਨੂੰ ਜਾਣਨਾ ਹੀ ਨਹੀਂ ਕੀਤਾ ਹੈ। ਸਭ ਸੈ ਉਪਰ ਗੁਰ ਸ਼ਬਦ ਵਿਚਾਰ। ਇਹ ਪੰਡਤ ਜੀ ਸਾਰੇ ਕਰਮ ਕਾਂਡਾਂ ਉਪਾਸਨਾ ਗਿਆਨ ਆਦਿਕਾਂ ਤੋਂ ਉੱਪਰ ਗੁਰ ਉਪਦੇਸ਼ ਦੀ ਵਿਚਾਰ ਹੈ। ਮਤਲਬ ਆ ਜੋ ਕਥਾ ਹੈ ਗੁਰਬਾਣੀ ਦੀ ਸਭ ਤੇ ਉੱਤਮ ਹਰ ਕੀ ਕਥਾ ਸਭ ਕਰਮ ਕਾਂਡਾਂ ਤੋਂ ਉੱਪਰ ਹੈ। ਜਿੰਨੇ ਵੀ ਕਰਮ ਕਾਂਡ ਨੇ ਹੋਰ ਕਥਨੀ ਬਦਾਓ ਨਾ ਸਗਲੀ ਛਾਰ। ਇਸ ਲਈ ਅਸੀਂ ਹੋਰ ਕਥਾ ਦੇ ਤਾਈਂ ਕਥਨ ਨਹੀਂ ਕਰਦੇ, ਸਭ ਨੂੰ ਸਵਾਰੂਪ ਸਮਝਦੇ ਹਾਂ। ਜਾਂ ਇਸੇ ਪ੍ਰਕਾਰ ਕਥਨੀ ਬਦਾਓ ਨਾ ਹੋਰ ਨਹੀਂ ਆਖਿਆ। ਕਥਨੀ ਬਦਾਓ ਨਾ ਸਗਲੀ ਹੋਰ ਕਥਨੀ ਬਦੋ ਨਾ ਸਗਲੀ ਛਾਰ। ਕਿਉਂਕਿ ਧੁਰ ਕੀ ਬਾਣੀ ਹੈ ਤੇ ਅੱਖਰ ਲਿਖੇ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ। ਹੋਰ ਕਥਨੀ ਬਦੋ ਨਾ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਤੋਂ ਬਿਨਾਂ ਜਿਹੜੀ ਹੋਰ ਕਥਾ ਕਰਨੀ ਹੈ ਤੇ ਕਵਿਸ਼ਰੀਆਂ ਕਰਨੀਆਂ ਨੇ। ਜਿਵੇਂ ਅਖਾੜੇ ਲੱਗਦੇ ਨੇ, ਕੋਈ ਹੀਰ ਰਾਂਝਾ ਗਾਉਂਦਾ, ਕੋਈ ਮਿਰਜ਼ਾ ਸਾਹਿਬਾਂ ਨੂੰ ਗਾਉਂਦਾ ਹੈ ਤੇ ਕੋਈ ਸੱਸੀ ਪੁੰਨੂ ਗਾਈ ਜਾਂਦਾ, ਕੋਈ ਪੁਰਾਣੇ ਕੈਰਵਾਂ ਪਾਂਡਵਾਂ ਦੇ ਪ੍ਰਸੰਗ ਆਉਂਦਾ ਕਵੀਸ਼ਰੀਆਂ ਦੇ ਵਿੱਚ, ਅਖਾੜਿਆਂ ਦੇ ਵਿੱਚ। ਕੋਈ ਮਾਂ ਗਾਈ ਜਾਂਦਾ, ਕੋਈ ਪੁੱਤ ਗਾਈ ਜਾਂਦਾ, ਕੋਈ ਧੀ ਗਾਈ ਜਾਂਦਾ। ਮਹਾਰਾਜ ਕਹਿੰਦੇ ਵੀ ਇਹੋ ਜਿਹੀ ਕਥਾ ਨਾ ਕਰੋ ਜਿਹੜੀ ਪ੍ਰਭੂ ਦੀ ਪ੍ਰਾਪਤੀ ਕਰਾਉਣ ਤੋਂ ਬਗੈਰ ਹੈ। ਇਹੋ ਜਿਹੀ ਕਵੀਸ਼ਰੀ ਦੀ ਕਥਾ ਨਾ ਕਰੋ ਭਾਈ। ਸਗਲੀ ਛਾਰ ਕਿਉਂਕਿ ਸਾਰੀ ਸਵਾਰ ਰੂਪ ਹੈ, ਖਾਕ ਰੂਪ ਹੈ। ਇਹ ਕਰਨ ਦੇ ਨਾਲ ਬੰਦਾ ਵੀ ਸਵਾਹ ਢੇਰੀ ਬਣ ਜਾਏਗਾ। ਜਾਂ ਹੋਰ ਕਥਨੀ ਦੇ ਕਵੀਸ਼ਰੀ ਸਾਰੀ ਖਾਕ ਰੂਪ ਮਾਇਆ ਦੀ ਪ੍ਰਾਪਤੀ ਵਾਸਤੇ ਹੀ ਹੈ। ਨਾਵਹਿ ਧੋਵਹਿ ਪੂਜੈ ਸੈਲਾ। ਇਹ ਪੰਡਤ ਤੂੰ ਆਪ ਤੀਰਥਾਂ ਤੇ ਨਹਾਉਂਦਾ ਹੈ, ਠਾਕੁਰਾਂ ਦੀਆਂ ਮੂਰਤਾਂ ਧੋਂਦਾ ਹੈ, ਨੇਤੀ ਧੋਤੀ ਆਦਿ ਕਰਕੇ ਅੰਦਰਾਂ ਨੂੰ ਧੋਂਦਾ
ਤੇ ਪੱਥਰਾਂ ਨੂੰ ਪੂਜਣਾ ਕਰਦਾ ਹੈ। ਦਿਨ ਹਰ ਰਾਤੇ ਮੈਲੂ ਮੈਲਾ। ਹਰੀ ਪਰਮੇਸ਼ਰ ਦੇ ਨਾਮ ਰੰਗ ਚ ਰਤੇ ਤੋਂ ਬਿਨਾ ਤੇਰਾ ਅੰਤःਕਰਨ ਹੰਗਤਾ ਸੈਦ ਮੈਲਾ ਹੀ ਮੈਲਾ ਹੈ। ਐਸੇ ਪ੍ਰਕਾਰ ਦਿਨ ਹਰ ਰਾਤੇ ਮੈਲੂ ਮੈਲਾ। ਤੇਰੇ ਕੀਤੇ ਹੋਏ ਕਰਮ ਵੀ ਮਲੀਨਤਾ ਵਾਲੇ ਨੇ ਤੇ ਤੇਰਾ ਅੰਤःਕਰਨ ਵੀ ਵਿਕਾਰਾਂ ਨੂੰ ਵੀ ਮੈਲ ਕਰਕੇ ਮਲੀਨ ਹੀ ਰਹਿੰਦਾ ਹੈ। ਜਾਂ ਰਾਗ ਦਵੈਕ ਅਵਿਦਿਆ ਰੂਪ ਮੈਲਾਂ ਕਰਕੇ ਮੈਲਾ ਹੀ ਰਹਿੰਦਾ ਹੈ। ਹਰ ਕੇ ਨਾਮ ਮੈਲਾ ਹਰ ਕੇ ਨਾਮ ਬਿਨ ਜੀਓ। ਹਰੀ ਦੇ ਨਾਮ ਤੋਂ ਬਗੈਰ ਇਹ ਅਵਿਦਿਆ ਦੀਆਂ ਤੋਂ ਜਿਹੜੀਆਂ ਇਹ ਪਾਪਾਂ ਦੀਆਂ ਤੋਂ ਇਹ ਮਨ ਦੀਆਂ ਮੈਲਾਂ ਇਹਦੇ ਨਾਲ ਹੀ ਭਰਿਆ ਰਹਿੰਦਾ, ਮਨ ਮੈਲਾ ਰਹਿੰਦਾ ਹੈ। ਗਰਭ ਨਿਵਾਰ ਮਿਲੈ ਪ੍ਰਭ ਸਾਰਥ। ਇਹ ਪੰਡਤ ਜੀ, ਜੇਕਰ ਤੂੰ ਅੰਦਰੋਂ ਹੰਕਾਰ ਨੂੰ ਨਿਵਰਤ ਕਰ ਦੇਵੇਂ, ਦੂਰ ਕਰ ਲਵੇਂ, ਤਾਂ ਤੈਨੂੰ ਜੋ ਪਰਮੇਸ਼ਰ ਹੈ ਸਾ ਅਰਥ ਸਹਿਤ ਧਰਮ ਅਰਥ ਕਾਮ ਮੋਖ ਪਦਾਰਥਾਂ ਦੀ ਹੈ ਉਹ ਪ੍ਰਾਪਤ ਹੋ ਜਾਏ। ਇਸੇ ਪ੍ਰਕਾਰ ਗਰਭ ਨਿਵਾਰ ਮਿਲੈ ਪ੍ਰਭ ਸਾਰਥ। ਜੋ ਪਰਮੇਸ਼ਰ ਹੈ ਸਰਗੁਣ ਸਰੂਪ ਦੀ ਅੰਦਰ ਕ੍ਰਿਸ਼ਨ ਰੂਪ ਵਿੱਚ ਚਰਦਨ ਦਾ ਰਥਵਾਈ ਬਣਿਆ ਸੀ ਉਹ ਤੈਨੂੰ ਪ੍ਰਾਪਤ ਹੋ ਜਾਵੇਗਾ। ਇਸੇ ਪ੍ਰਕਾਰ ਗਰਭ ਨਿਵਾਰ ਮਿਲੈ ਪ੍ਰਭ ਸਾਰਥ। ਤੇਰੇ ਸਰੀਰ ਰੂਪ ਰਥ ਦੇ ਇੰਦਰੀਏ ਰੂਪ ਘੋੜੇ ਨੇ, ਇਹਨਾਂ ਨੂੰ ਚਲਾਉਣ ਵਾਲਾ ਜੋ ਚੇਤਨ ਬ੍ਰਹਮ ਰੂਪ ਰਥਵਾਈ ਹੈ ਉਹਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ। ਮੁਕਤ ਪ੍ਰਾਨ ਜਪ ਹਰ ਕੀਰਤਾਰਥ। ਇਹ ਪ੍ਰਾਣਾਧਾਰੀ ਪੰਡਤ ਜੀਵ ਹੈ, ਜੇਕਰ ਤੂੰ ਮੁਕਤੀ ਦੀ ਪ੍ਰਾਪਤੀ ਚਾਹੁੰਦਾ ਹੈ ਤਾਂ ਪਰਮੇਸ਼ਰ ਦਾ ਨਾਮ ਜਪਣਾ ਕਰ, ਇਉਂ ਤੂੰ ਕ੍ਰਿਤ ਹੋ ਜਾਏਗਾ ਜਾਂ ਕਿਰਤਾਰਥ। ਮੁਕਤੀ ਦੇਣ ਵਾਲੇ ਹਰੀ ਪਰਮੇਸ਼ਰ ਦਾ ਭਜਨ ਅੰਦਰੋਂ ਹੰਕਾਰ ਮੇਟ ਕੇ ਕਰ, ਫਿਰ ਤੈਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਪੁਰਾਣ ਪਹਿਚਾਨਣਾ ਕਰ, ਹਰੀ ਦਾ ਜਾਪ ਮੁਕਤੀ ਦੇਣ ਵਾਲਾ ਤੇ ਕ੍ਰਿਤ ਕਰਨੇ ਵਾਲਾ ਭਾਵ ਨਿਹਾਲ ਕਰਨ ਵਾਲਾ ਹੈ। ਵਾਚੈ ਬਾਦ ਨਾ ਬੇਦ ਵਿਚਾਰੈ। ਹੇ ਵਿਦਵਾਨ ਪੁਰਖ, ਤੂੰ ਹਰ ਵਕਤ ਝਗੜਿਆਂ ਵਾਲੀ ਚਰਚਾ ਕਰਦਾ ਰਹਿੰਦਾ ਹੈ, ਭਾਵ ਤੂੰ ਝਗੜਿਆਂ ਵਾਲੀਆਂ ਪੁਸਤਕਾਂ ਨੂੰ ਪੜ੍ਹ ਕੇ ਸੰਸਾ ਕਰਦਾ ਰਹਿੰਦਾ ਹੈ ਅਤੇ ਫਿਰ ਆਪ ਸ਼ੰਕਾ ਦੇ ਉੱਤਰ ਦਿੰਦਾ ਰਹਿੰਦਾ ਹੈ। ਇਉਂ ਆਪਣੇ ਆਪ ਨੂੰ ਵਿਦਵਾਨ ਕਹਾਉਂਦਾ ਹੈ, ਪਰੰਤੂ ਗਿਆਨ ਦੀ ਪ੍ਰਾਪਤੀ ਬਾਬਤ ਕੋਈ ਵੀ ਵਿਚਾਰ ਨਹੀਂ ਕਰਦਾ ਜਾਂ ਵੇਦਾਂ ਦੇ ਸਿਧਾਂਤ ਨੂੰ ਤੂੰ ਵਿਚਾਰਦਾ ਨਹੀਂ ਹੈ। ਆਪ ਡੁੱਬੈ ਕਿਉਂ ਪਿਤਰਾ ਤਾਰੈ। ਇਹ ਪੰਡਤ ਜੀ, ਤੂੰ ਆਪ ਤਾਂ ਸੰਸਾਰਕ ਪਸਾਰੇ ਵਿੱਚ ਜਾਂ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬਿਆ ਹੋਇਆ ਹੈ, ਇਸ ਲਈ ਤੂੰ ਆਪਣੇ ਬੇਗਤ ਹੋਏ ਪਿਤਰਾਂ ਭਾਵ ਬਜ਼ੁਰਗਾਂ ਨੂੰ ਕਿਵੇਂ ਤਾਰ ਸਕੇਗਾ, ਭਾਵ ਨਹੀਂ ਤਾਰ ਸਕੇਗਾ। ਘਟ ਘਟ ਬ੍ਰਹਮ ਚੀਨੈ ਜਨ ਕੋਈ। ਘਟਾਂ ਘਟਾਂ ਵਿੱਚ ਜੋ ਬ੍ਰਹਮ ਵਿਆਪਕ ਹੈ ਉਸ ਨੂੰ ਕੋਈ ਬਿਰਲਾ ਪੁਰਖ ਹੀ ਜਾਣਦਾ ਹੈ। ਸਤਿਗੁਰ ਮਿਲੈ ਤਾਂ ਸੋਝੀ ਹੋਏ। ਸੱਚੇ ਗੁਰੂ ਨਾਲ ਮਿਲਣਾ ਕਰੇ ਤਾਂ ਹੀ ਇਹ ਗਿਆਤ ਪ੍ਰਾਪਤ ਹੁੰਦੀ ਹੈ, ਜਾਂ ਸਤਿਗੁਰਾਂ ਦੇ ਨਾਲ ਜਦ ਮਨ ਮੇਲੀ ਕਰਕੇ ਮਿਲਣਾ ਕਰੇ ਤਾਂ ਸਰੂਪ ਦੀ ਗਿਆਤ ਹੁੰਦੀ ਹੈ। ਗਣਤ ਗਣੀਐ ਸਹਸਾ ਦੁਖ ਜੀਐ। ਜੇਕਰ ਵੇਦਾਂ ਸ਼ਾਸਤਰਾਂ ਦੇ ਕਰਮ ਕਾਂਡਾਂ ਉਪਾਸ਼ਨਾ ਜਾਂ ਜੋਤਿਸ਼ ਵਿਦਿਆ ਦੀ ਗਿਣਤੀ ਜਾਂ ਕਰਮਾਂ ਧਰਮਾਂ ਦੀ ਗਿਣਤੀ ਗਿਣਦੇ ਰਹੀਏ ਤਾਂ ਜੀਵ ਦੇ ਤਾਈਂ ਸੰਸਾ ਅਤੇ ਦੁੱਖ ਜਾਂ ਪ੍ਰਮਾਣਗਤ ਪ੍ਰਮੇਗਤ ਆਦਿਕ ਸੰਸੇ ਦਾ ਦੁੱਖ ਬਣਿਆ ਰਹਿੰਦਾ ਜਾਂ ਦੁੱਖਦਾਈ ਸੰਸਾ ਬਣਿਆ ਰਹਿੰਦਾ ਹੈ। ਗੁਰ ਕੀ ਸਰਣ ਪਵੈ ਸੁਖ ਥੀਐ। ਪੂਰਨ ਸਤਿਗੁਰਾਂ ਦੀ ਓਟ 'ਚ ਪੈਣ ਕਰਕੇ ਹੀ ਆਨੰਦ ਸਰੂਪ ਪ੍ਰਾਪਤ ਹੁੰਦਾ ਹੈ। ਇਉਂ ਪਰਮੇਸ਼ਰ ਦੇ ਸਨਮੁਖ ਬੇਨਤੀਆਂ ਕਰੀਏ। ਓਟ ਅਪਰਾਧ ਕਰ ਅਪਰਾਧ ਸਰਣ ਮੈਂ ਆਇਆ। ਇਹ ਪਰਮੇਸ਼ਰ ਅਨੇਕਾਂ ਹੀ ਪਾਪ ਅਪਰਾਧ ਕਰਕੇ ਅਸੀਂ ਆਪ ਜੀ ਦੀ ਓਟ ਵਿੱਚ ਆਉਣਾ ਕੀਤਾ ਹੈ।
ਮਹਾਰਾਜ ਸੋ ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਹਮ अपराध पाप वो कीने, कर दुष्टि चोर चुराया। अब नानक शरणागत आए, राखो लाज हर पाया। ਅਸੀਂ ਬੜੇ ਪਾਪ ਅਪਰਾਧ ਕੀਤੇ ਨੇ, ਪਰ ਹੁਣ ਅਸੀਂ ਆਪ ਦੀ ਸ਼ਰਨ ਵਿੱਚ ਆਏ ਹਾਂ ਜੀ। ਗੁਰ ਹਾਰ ਭੇਟੇ ਪੁਰਬ ਕਮਾਇਆ। ਇਹ ਹਰੀ ਪ੍ਰਭੂ ਪੂਰਬਲੇ ਕਮਾਏ ਹੋਏ ਕਰਮਾਂ ਅਨੁਸਾਰ ਗੁਰਾਂ ਦੁਆਰਾ ਤੈਨੂੰ ਮਿਲੇ ਆ, ਜਾਂ ਤੇਰਾ ਸਰੂਪ ਪੂਰਨ ਗੁਰੂ ਸਾਹਿਬ ਜੀ ਮਿਲੇ ਹਨ। ਗੁਰ ਸਰਣ ਨਾ ਆਈਐ ਬ੍ਰਹਮ ਨਾ ਪਾਈਐ। ਜੇ ਪੂਰਨ ਸਤਿਗੁਰਾਂ ਦੀ ਓਟ ਵਿੱਚ ਨਾ ਆਈਏ ਤਾਂ ਪਰਮੇਸ਼ਰ ਨੂੰ ਨਹੀਂ ਪਾਈਦਾ। ਭਰਮ ਭੁਲਾਈਐ ਜਨਮ ਮਰ ਆਈਐ। ਗੁਰਾਂ ਤੋਂ ਬੇਮੁਖ ਹੋਣ ਕਰਕੇ ਭਰਮ 'ਚ ਭੁੱਲੇ ਰਹੀਦਾ, ਜਾਂ ਭੁੱਲਣ ਵਿੱਚ ਆਉਣਾ ਕਰੀਦਾ ਤੇ ਜੰਮਣ ਮਨ ਵਿੱਚ ਆਉਣਾ ਕਰੀਦਾ ਹੈ। ਜਮਦਰ ਬਾਤਉ ਮਰੈ ਬਿਕਾਰ। ਯਮਦੂਤਾਂ ਦੇ ਦੁਆਰੇ 'ਚ ਬੰਨਿਆ ਹੋਇਆ ਵਿਕਾਰੀ ਪੁਰਖ ਮਾਰਿਆ ਜਾਂਦਾ ਹੈ। ਟੇਢੀਆਂ ਜੂਨਾਂ 'ਚ ਪੈ ਕੇ ਜੰਮਦਾ ਮਰਦਾ ਰਹਿੰਦਾ ਹੈ। ਭਾਰਤ ਰਹਿ ਰਾਵਣ ਜਾਏ ਸਹੀ ਤਾਂ ਲਾਜੀ ਹੈ। ਜੋ ਪਰਾਏ ਘਰਾਂ 'ਚ ਵਿਸ਼ੇ ਭੋਗਣ ਜਾਂਦੇ ਨੇ, ਉਹਨਾਂ ਨੂੰ ਤੇਲ ਦੇ ਕੜਾਇਆਂ 'ਚ ਤਲਿਆ ਜਾਂਦਾ। ਨਿਮਕ ਕਾਮ ਸਵਾਦ ਕਾਰਨ, ਕੋਟ ਦਿਨ ਸੋ ਦੁੱਖ ਪਾਵੈ। ਕਰੀ ਮੋਹਤ ਰੰਗ ਮਾਣੈ, ਫਿਰ ਬੌਰ ਬੌਰ ਪਛਤਾਵੈ ਹੈ। ਜਮਦਰ ਬਾਦਉ ਮਰੈ ਬਿਕਾਰ। ਯਮਾਂ ਦੇ ਦੁਆਰੇ ਤੇ ਵੱਜਿਆ ਵਿਕਾਰੀ ਪੁਰਖ ਇੰਜ ਮਾਰਿਆ ਜਾਂਦਾ ਹੈ। ਗੁਣ ਗੋਬਿੰਦ ਗੁਰਮੁਖ ਨਾ ਜਪਿਆ, ਤਬ ਥੰਮ ਗਲਾਤਿਆ, ਤਤੇ ਥੰਮਾ ਨਾ ਲਾਇਆ ਜਾਂਦਾ। ਨਾ ਹਿਰਦੈ ਨਾਮ ਨਾ ਸ਼ਬਦ ਅਚਾਰ। ਕਿਉਂਕਿ ਉਸਦੇ ਹਿਰਦੇ ਵਿੱਚ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਹੀ ਨਹੀਂ ਵਸਿਆ ਹੁੰਦਾ। ਇਹ ਨਾ ਹੀ ਉਹਦਾ ਬ੍ਰਹਮ ਦੀ ਪ੍ਰਾਪਤੀ ਵਾਲਾ ਕੋਈ ਸ੍ਰੇਸ਼ਟ ਕਰਤੱਵ ਹੈ। ਜਾਂ ਇਸੇ ਪ੍ਰਕਾਰ ਨਾ ਹਿਰਦੈ ਨਾਮ ਨਾ ਸ਼ਬਦ ਅਚਾਰ। ਨਾ ਹੀ ਉਸਨੇ ਗੁਰ ਉਪਦੇਸ਼ ਦੀ ਕਮਾਈ ਕਰਨ ਨੂੰ ਕਰਤੱਵ ਕੀਤਾ, ਤੇ ਨਾ ਹੀ ਉਹਦੇ ਚਿੱਤ ਵਿੱਚ ਪ੍ਰਸਿੱਧ ਪਰਮੇਸ਼ਰ ਵਸਿਆ ਹੈ। ਪਾਤੇ ਪੰਡਤ ਮਿਸਰ ਕਹਾਵੈ। ਇੱਕ ਆਪਣੇ ਆਪ ਨੂੰ ਪੱਧਤੀਆਂ ਦੱਸਣ ਵਾਲੇ ਪਾਂਧੇ ਕਹਾਉਂਦੇ ਨੇ, ਬੱਚਿਆਂ ਨੂੰ ਪੜ੍ਹਾਉਣ ਵਾਲੇ ਪਾਂਧੇ ਕਹਾਉਂਦੇ ਨੇ। ਇੱਕ ਆਪਣੇ ਆਪ ਨੂੰ ਵਿਆਕਰਨਾਤਕ ਵਿਦਿਆ ਪੜ੍ਹ ਕੇ ਵਿਦਵਾਨ ਕਹਾਉਂਦੇ ਹਨ। ਤੇ ਇੱਕ ਆਪਣੇ ਆਪ ਨੂੰ ਬੁੱਤੀਆਂ ਕਰਨ ਵਾਲੇ ਮਿਸਰ ਕਹਾਉਂਦੇ ਨੇ। ਭਾਵ ਕਦੇ ਕਿਸੇ ਦੇ ਗੰਢ ਦੇ ਆਏ, ਕਦੇ ਕਿਸੇ ਦੇ ਵਿਆਹ ਦੇ ਦੱਸਣਿਆਂ ਦੇ ਆਏ। ਕਿਉਂ ਤਿੰਨ ਪ੍ਰਕਾਰ ਦੀ ਰਸੋਈ ਪਕਾਉਣ ਵਾਲੇ ਮਿਸਰ ਕਹਾਉਂਦੇ ਹਨ। ਇਸੇ ਪ੍ਰਕਾਰ ਪਾਂਧੇ ਪੰਡਤ ਮਿਸਰ ਕਹਾਵੈ। ਹੈ ਤਿੰਨੇ ਹੀ ਬਾਹਮਣ ਨੇ। ਪਾਂਧਾ ਬੱਚਿਆਂ ਪੜ੍ਹਾਉਣ ਵਾਲਾ, ਪੰਡਤ ਮੰਦਰ ਦੇ ਵਿੱਚ ਟੱਲੀਆਂ ਖੜਕਾਉਣ ਵਾਲਾ, ਤੇ ਮਿਸਰ ਲੋਕਾਂ ਦੇ ਘਰ ਸਨੇਹ ਪੱਤੇ ਦੇਣ ਵਾਲਾ। ਫਲਾਣੇ ਦੇ ਮੁੰਡੇ ਦਾ ਵਿਆਹ ਜੀ, ਆ ਭਾਜੀ ਆਈ ਹੈ ਜੀ, ਫਲਾਣੇ ਦਾ ਸ਼ਗਨ ਪੈਣਾ ਜੀ, ਇੰਝ ਜੀ ਉਂਝ ਜੀ। ਇੱਕ ਰਜੋਗੁਣੀ ਪੁਰਖ ਪਾਂਧੇ ਦੀ ਤਰ੍ਹਾਂ ਨੇ, ਸਤੋਗੁਣੀ ਪੁਰਖ ਵਿਦਵਾਨ ਦੀ ਤਰ੍ਹਾਂ ਨੇ, ਤੇ ਤਾਮਸੀ ਪੁਰਖ ਮਿਸਰ ਦੀ ਤਰ੍ਹਾਂ ਕਹਾਉਂਦੇ ਹਨ। ਭਾਵ ਨਾਨਾ ਪ੍ਰਕਾਰ ਦੇ ਕਰਤੱਵਾਂ 'ਚ ਫਸੇ ਹੋਏ ਤਾਮਸੀ ਪੁਰਖ ਮਿਸਰ ਕਹਾਉਂਦੇ ਨੇ। ਇਸੇ ਪ੍ਰਕਾਰ ਪਾਂਧੇ ਪੰਡਤ ਮਿਸਰ ਕਹਾਵੈ। ਲੋਕ ਇੱਕ ਲੋਕ ਤਾਂ ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਨੂੰ ਪੁੱਛਣ ਵਾਲੇ ਨੇ। ਇੱਕ ਆਪਣੇ ਆਪ ਨੂੰ ਤਿੰਨਾਂ ਗੁਣਾਂ ਤੋਂ ਅਤੀਤ ਪੰਡਤ ਵਿਦਵਾਨ ਕਹਾਉਂਦੇ ਨੇ। ਇੱਕ ਮਿਸ਼ਰਤ ਕੰਮਾਂ ਵਿੱਚ ਲੱਗੇ ਹੋਏ ਮਿਸਰ ਕਹਾਉਂਦੇ ਹਨ। ਇਸੇ ਪ੍ਰਕਾਰ ਇੱਕ ਪਾਂਧੇ ਪੰਡਤ ਮਿਸਰ ਕਹਾਵੈ। ਇੱਕ ਪਾਸ਼ਨਾਂ 'ਚ ਲੱਗੇ ਹੋਏ ਪਾਂਧੇ ਨੇ, ਗਿਆਨ 'ਚ ਲੱਗੇ ਹੋਏ ਪੰਡਤ ਨੇ, ਤੇ ਕਰਮ ਕਾਂਡਾਂ 'ਚ ਲੱਗੇ ਹੋਏ ਆਪਣੇ ਆਪ ਨੂੰ ਮਿਸਰ ਕਹਾਉਂਦੇ ਹਨ। ਦੁਬਿਧਾ ਰਾਤੇ ਮਹਿਲ ਨਾ ਪਾਵੈ। ਮਹਿਲ ਨਾ ਪਾਵੇ, ਉਹ ਦੁਐਤ ਵਿੱਚ ਰੰਗੇ ਹੋਏ ਸਵੈ ਸਰੂਪ ਨੂੰ ਨਹੀਂ ਪਾ ਸਕਦੇ। ਜਿਸ ਗੁਰ ਪ੍ਰਸਾਦੀ ਨਾਮ ਆਧਾਰ। ਜਿਸ ਨੂੰ ਸਤਿਗੁਰਾਂ ਦੀ ਕਿਰਪਾ ਦੁਆਰਾ
ਪਰਮੇਸ਼ਰ ਦੇ ਨਾਮ ਦਾ ਆਸਰਾ ਮਿਲਿਆ ਹੈ। ਕੋਟ ਮਦੇ ਕੋ ਜਨ ਆਪਾਰ। ਮੱਧੇ ਅਧਿਕ ਲਾ ਕੇ ਉਹ ਕਰੋੜਾਂ ਵਿੱਚੋਂ ਕੋਈ ਵਿਰਲਾ ਪੁਰਖ ਹੀ ਹੈ ਜਿਸ ਨੂੰ ਪਾਰਾਵਾਰ ਤੋਂ ਰਹਿਤ ਸੱਚ ਸਰੂਪ ਦੀ ਪ੍ਰਾਪਤੀ ਹੋਈ ਹੈ। ਐਸਾ ਭਾਰ ਗੁਣਾ ਵਾਲਾ ਕਰੋੜਾਂ ਵਿੱਚੋਂ ਕੋਈ ਵਿਰਲਾ ਪੁਰਖ ਹੀ ਹੈ। ਏਕ ਬੁਰਾ ਭਲਾ ਸੱਚ ਏਕੈ। ਉਸ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਇੱਕ ਪਰਮੇਸ਼ਰ ਹੀ ਮੰਦ ਕਰਮ ਕਰਨ ਵਾਲੇ ਵਿੱਚ ਵਿਆਪਕ ਹੈ, ਇੱਕ ਸੱਚਾ ਪਰਮੇਸ਼ਰ ਹੀ ਭਲਾਈ ਕਰਨ ਵਾਲੇ ਵਿੱਚ ਵਿਆਪਕ ਹੈ। ਗੁਰਮੁਖ ਜਨ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਭਾਵੇਂ ਕੋਈ ਉਹਦੇ ਨਾਲ ਬੁਰਾ ਭੈੜਾ ਹੋ ਕੇ ਵਰਤੇ, ਭਾਵੇਂ ਕੋਈ ਉਹਦੇ ਨਾਲ ਚੰਗਾ ਹੋ ਕੇ ਵਰਤੇ, ਉਹ ਸਭਨਾਂ 'ਚ ਇੱਕੋ ਇੱਕ ਸੱਚੇ ਵਾਹਿਗੁਰੂ ਦੀ ਜੋਤ ਸਮਝਦਾ ਹੈ। ਬੂਝੋ ਗਿਆਨੀ ਥੋੜੀ ਆ ਬੂਝ ਗਿਆਨੀ ਸਤਿਗੁਰ ਕੀ ਟੇਕੈ। ਇਹ ਗਿਆਨੀ ਜੀ, ਗਿਆਨਵਾਨ ਕਹਾਉਣ ਵਾਲੇ ਪੰਡਤ ਜੀ, ਤੂੰ ਵੀ ਸਮਝ ਕੁਛ। ਸੱਚੇ ਗੁਰੂ ਦੀ ਓਟ ਲੈ ਕੇ ਐਸੀ ਵਿਚਾਰ ਨੂੰ ਸਮਝ ਕੇ ਆਪਦੇ ਮਨ 'ਚ ਵਸਾ ਲੈ। ਲੋਕਾਂ ਨੂੰ ਵੀ ਨਾ ਸਮਝਾਉਣ ਦੇ, ਆਪਦਾ ਸਮਾਂ ਖਰਾਬ ਕਰ। ਜਾਂ ਇਸੇ ਪ੍ਰਕਾਰ ਬੂਝ ਗਿਆਨੀ ਸਤਿਗੁਰ ਕੀ ਟੇਕੈ। ਇਹ ਗਿਆਨੀ ਜੀ, ਸੱਚੇ ਗੁਰਾਂ ਦੀ ਟੇਕ ਲੈ ਕੇ ਸਰੂਪ ਦੇ ਤਾਈਂ ਬੁੱਝ ਨਾ ਕਰ। ਇਕੱਲਾ ਬਹਿ ਕੇ ਵੀ ਕੋਈ ਸਮਾਧੀ ਸਮੂਧੀ ਲਾਇਆ ਕਰ, ਕੋਈ ਰੱਬ ਦਾ ਭਜਨ ਕਰਿਆ ਕਰ, ਤੂੰ ਲੋਕ ਪਰਤਾਵੇ ਵਿੱਚ ਹੀ ਨਾ ਤੁਰਿਆ ਫਿਰਦਾ ਰਿਹਾ ਕਰ। ਭਾਵ ਇਸ ਗੱਲ ਨੂੰ ਸਮਝ ਕਿ ਸਾਰੇ ਦੇ ਅੰਦਰ ਜੋਤੀ ਸਰੂਪ ਪਰਮੇਸ਼ਰ ਹੀ ਮੌਜੂਦ ਹੈ। ਗੁਰਮੁਖ ਵਿਰਲੀ ਏਕੋ ਜਾਣਿਆ। ਪਰ ਆਹ ਜਿਹੜੀ ਕਥਾ ਹੈ, ਕਿਸੇ ਵਿਰਲੇ ਗੁਰਮੁਖਾਂ ਨੇ ਹੀ ਮੁਖੀ ਗੁਰਾਂ ਦੀ ਸੰਗਤ ਕਰਕੇ ਸ੍ਰਿਸ਼ਟੀ ਵਿੱਚੋਂ ਟਾਵੇਂ ਟਾਵੇਂ ਗੁਰਮੁਖਾਂ ਨੇ ਹੀ ਇਹਨੂੰ ਜਾਣਿਆ, ਇਹਦੇ ਦੁਆਰਾ ਪਰਮੇਸ਼ਰ ਨੂੰ ਜਾਣਿਆ, ਜਾਂ ਗੁਰਾਂ ਦੁਆਰਾ ਇੱਕ ਸੱਚ ਸਰੂਪ ਪਰਮੇਸ਼ਰ ਨੂੰ ਜਾਣਿਆ। ਆਵਣ ਜਾਣਾ ਮੇਟ ਸਮਾਣਿਆ। ਉਹ ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ ਨੂੰ ਨਿਵਰਤ ਕਰਕੇ ਪਰਮੇਸ਼ਰ ਦੇ ਸਮਰੂਪ ਵਿੱਚ ਸਮਾ ਗਿਆ, ਲੀਨ ਹੋ ਗਿਆ ਹੈ। ਜਿਨ ਕਾ ਹਿਰਦੈ ਏਕੰਕਾਰ। ਜਿਨ੍ਹਾਂ ਪੁਰਖਾਂ ਦੇ ਹਿਰਦੇ ਵਿੱਚ ਚਿੱਤ ਵਿੱਚ ਇੱਕ ਓੰਕਾਰ ਮੰਗਲ ਸਰੂਪ ਵਾਹਿਗੁਰੂ ਵਸਿਆ ਹੋਇਆ ਹੈ। ਸਰਬ ਗੁਣੀ ਸਾਚਾ ਵਿਚਾਰ। ਉਹ ਸਾਰੇ ਗੁਣਾਂ ਸੰਪੰਨ ਨੇ, ਭਾਵ ਉਹਨਾਂ ਦੇ ਅੰਦਰ ਸਤ ਸੰਤੋਖ ਆਦਿਕ ਸਾਰੇ ਗੁਣ ਨੇ, ਔਰ ਉਹਨਾਂ ਕੋਲ ਸਤ ਸਰੂਪ ਦਾ ਪ੍ਰੋਗ ਗਿਆਨ ਰੂਪ ਵਿਚਾਰ ਹੈ। ਉਹ ਸਾਰੇ ਗੁਣਾਂ ਦੇ ਮਾਲਕ ਪਰਮੇਸ਼ਰ ਦਾ ਸੱਚਾ ਵਿਚਾਰ ਕਰਦੇ ਨੇ। ਜੋ ਸੱਚਾ ਤੇ ਗੁਣਵਾਨ ਹਰੀ ਹੈ, ਉਸ ਦਾ ਵਿਚਾਰ ਕਰਦੇ ਹਨ। ਗੁਰ ਕੈ ਭਾਣੈ ਕਰਮ ਕਮਾਵੈ। ਜੋ ਅਧਿਕਾਰੀ ਸਿੱਖ ਸਤਿਗੁਰਾਂ ਦੇ ਹੁਕਮ ਅਨੁਸਾਰ ਨਿਸ਼ਕਾਮ ਕਰਮ ਕਮਾਉਂਦਾ ਹੈ। ਨਾਨਕ ਸਾਚੇ ਸਾਚ ਸਮਾਵੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਸਤਿਗੁਰਾਂ ਤੋਂ ਸੱਚੇ ਸਰੂਪ ਦੇ ਗਿਆਨ ਨੂੰ ਪ੍ਰਾਪਤ ਕਰਕੇ ਸੱਚੇ ਸਰੂਪ 'ਚ ਸਮਾ ਜਾਂਦਾ, ਲੀਨ ਹੋ ਜਾਂਦਾ ਹੈ। ਇਸੇ ਪ੍ਰਕਾਰ ਨਾਨਕ ਸਾਚੇ ਸਾਚ ਸਮਾਵੈ। ਗੁਰੂ ਸਾਹਿਬ ਜੀ ਕਥਨ ਕਰਦੇ ਕਿ ਸੱਚੇ ਗੁਰਾਂ ਦੁਆਰਾ ਨਾਮ ਦੀ ਕਮਾਈ ਕਰਕੇ ਸੱਚੇ ਪਰਮੇਸ਼ਰ ਵਿੱਚ ਉਹ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਅਭੇਦ ਹੋ ਜਾਂਦਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਖਿਮਾ ਕਰਨੀ ਆ, ਅੱਗੇ ਤੋਂ ਸਮੱਤ ਬਖਸ਼ਣੀ। ਆਓ ਅਰਦਾਸ ਦੇ ਵਿੱਚ ਜੁੜੀਏ ਕਿ ਗੁਰੂ ਮਹਾਰਾਜ ਸਾਨੂੰ ਇਹ ਉਪਦੇਸ਼ ਹਿਰਦਿਆਂ 'ਚ ਵਸਾ ਕੇ ਸਮੱਤ ਬਖਸ਼ਿਸ਼ ਕਰਨ ਜੀ। ਜਿਨ ਕਾ ਹਿਰਦੈ ਏਕੰਕਾਰ। ਸਰਬ ਗੁਣੀ ਸਾਚਾ ਵਿਚਾਰ। ਗੁਰ ਕੈ ਭਾਣੈ ਕਰਮ ਕਮਾਵੈ। ਨਾਨਕ ਸਾਚੇ ਸਾਚ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।